ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਜਗਤ ਦੇ ਅੰਦਰ ਦਸੰਬਰ ਮਹੀਨੇ ਦੇ ਇਹਨਾਂ ਆਖਰੀ ਦਿਨਾਂ ਨੂੰ ਸ਼ਹੀਦੀ ਦਿਹਾੜਿਆਂ ਵਜੋਂ ਯਾਦ ਕੀਤਾ ਜਾਂਦਾ ਹੈ, ਕਿਉਂਕਿ ਇਹ ਉਹ ਸਮਾਂ ਸੀ ਜਿਸ ਸਮੇਂ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਨੰਦਪੁਰ ਦਾ ਕਿਲਾ ਛੱਡਣਾ ਪਿਆ। ਸਰਸਾ ਨਦੀ ਦੇ ਕਿਨਾਰੇ ਤੇ ਸਤਿਗੁਰਾਂ ਦੇ ਪਰਿਵਾਰ ਦਾ ਵਿਛੋੜਾ ਪਿਆ। ਅਨੇਕਾਂ ਸਿੱਖ ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਸ਼ਹੀਦ ਹੋਏ। ਫਿਰ ਸਤਿਗੁਰਾਂ ਦੇ ਆਪਣੇ 4 ਸਾਹਿਬਜ਼ਾਦੇ 4 ਦਿਨਾਂ ਦੇ ਵਕਫੇ ਦੇ ਅੰਦਰ ਸ਼ਹੀਦ ਹੋ ਜਾਂਦੇ ਹਨ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਦੁਸ਼ਮਣ ਦਲ ਦੇ ਨਾਲ ਲੋਹਾ ਲੈਂਦੇ ਹੋਏ, ਵੈਰੀਆਂ ਦੇ ਵਾਰ ਆਪਣੇ ਤਨ ਦੇ ਉੱਤੇ ਸਹਾਰਦੇ ਹੋਏ ਗੁਰੂ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਂਦੇ ਹਨ। ਔਰ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਂਦਾ ਹੈ। ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ। ਸੋ ਇਸ ਵਾਸਤੇ ਦੁਨੀਆ ਦੇ ਜਿਸ ਕੋਨੇ ਦੇ ਵਿੱਚ ਵੀ ਗੁਰ ਅਸਥਾਨ ਬਣੇ ਹੋਏ ਹਨ, ਹਰੇਕ ਗੁਰਦੁਆਰੇ ਦੇ ਅੰਦਰ ਉਚੇਚੇ ਤੌਰ ਤੇ ਇਹ ਸ਼ਹੀਦੀ ਦਿਹਾੜੇ, ਸ਼ਹੀਦੀ ਹਫ਼ਤਾ ਮਨਾਇਆ ਜਾਂਦਾ ਹੈ, ਜਿਸ ਦੌਰਾਨ ਵੱਡੇ ਵੱਡੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਵਿੱਚ ਕਥਾਵਾਚਕ, ਪ੍ਰਚਾਰਕ ਸੱਜਣ, ਢਾਡੀ ਸੱਜਣ, ਕਵੀਸ਼ਰ ਲੋਕ ਇਹਨਾਂ ਪ੍ਰਸੰਗਾਂ ਨੂੰ ਸਿੱਖ ਸੰਗਤਾਂ ਦੇ ਸਾਹਮਣੇ ਰੱਖਦੇ ਹਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਬਹਾਦਰੀ ਦੇ ਕਾਰਨਾਮੇ ਆਪੋ ਆਪਣੇ ਤਰੀਕੇ ਦੇ ਨਾਲ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਬਹਾਦਰੀ ਦੇ ਕਾਰਨਾਮਿਆਂ ਨੂੰ, ਉਹਨਾਂ ਦੀ ਦ੍ਰਿੜਤਾ ਨੂੰ, ਉਹਨਾਂ ਦੇ ਸਾਹਸ ਨੂੰ, ਉਹਨਾਂ ਦੀ ਦਲੇਰੀ ਨੂੰ ਭਾਵੇਂ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਇਤਿਹਾਸਕਾਰਾਂ ਨੇ ਬਿਆਨ ਕੀਤਾ ਹੈ, ਪਰ ਇੱਕ ਗੱਲ ਉਹਨਾਂ ਸਾਰੇ ਇਤਿਹਾਸਕਾਰਾਂ ਦੇ ਵਿੱਚ ਸਾਂਝੀ ਹੈ। ਸਾਰੇ ਇਤਿਹਾਸਕਾਰ ਇਹ ਮੰਨਦੇ ਹਨ ਕਿ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਜਿਹੜੇ ਨੇ ਚਮਕੌਰ ਦੀ ਗੜੀ ਦੇ ਵਿੱਚ ਵੈਰੀਆਂ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਵੈਰੀਆਂ ਦੇ ਹੱਥੋਂ ਸ਼ਹੀਦ ਹੋਏ ਹਨ। ਬਲਕਿ ਸਾਡੇ ਕਈ ਇਤਿਹਾਸਕਾਰਾਂ ਨੇ ਤੇ ਜ਼ਖਮਾਂ ਤੱਕ ਦੀ ਵੀ ਉਹ ਗਿਣਤੀ ਕਰ ਦਿੱਤੀ ਵੀ ਸਾਹਿਬਜ਼ਾਦਿਆਂ ਦੇ ਸਰੀਰ ਦੇ ਉੱਤੇ ਇਤਨੇ ਜ਼ਖਮ ਲੱਗੇ ਸਨ। ਕਿਸੇ ਨੇ 400 ਜ਼ਖਮਾਂ ਦਾ ਜ਼ਿਕਰ ਕੀਤਾ, ਕਿਸੇ ਨੇ 800 ਜ਼ਖਮਾਂ ਦਾ ਜ਼ਿਕਰ ਕੀਤਾ, ਕਿਸੇ ਨੇ 300 ਜ਼ਖਮਾਂ ਦਾ ਜ਼ਿਕਰ ਕੀਤਾ ਹੈ। ਔਰ ਇਸੇ ਤਰੀਕੇ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਇਹ ਆਖਿਆ ਜਾਂਦਾ ਹੈ, ਇਹ ਗੱਲ ਸਾਂਝੀ ਹੈ ਕਿ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਜਿਸ ਵੇਲੇ ਉਹ ਬੇਹੋਸ਼ ਹੋ ਗਏ, ਉਸ ਵੇਲੇ ਫਿਰ ਉਹਨਾਂ ਦੀ ਸ਼ਾਹ ਰਗ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਇਹ ਮਾਨਤਾ, ਇਹ ਪਰੰਪਰਾ, ਇਹ ਰਵਾਇਤ ਸਾਡੇ ਸਿੱਖ ਜਗਤ ਦੇ ਅੰਦਰ ਪ੍ਰਸਿੱਧ ਹੈ ਕਿ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ। ਅਸੀਂ ਅੱਜ ਦਾਅਵਾ ਵੀ ਕਰਦੇ ਹਾਂ ਕਿ ਫਤਿਹਗੜ੍ਹ ਸਾਹਿਬ ਵਿਖੇ ਅਸੀਂ ਉਸ ਕੰਧ ਨੂੰ ਸੰਭਾਲ ਕੇ ਰੱਖਿਆ ਹੈ, ਜਿਹੜੀ ਸਾਹਿਬਜ਼ਾਦਿਆਂ ਦੇ ਨੀਹਾਂ ਦੇ ਵਿੱਚ ਚਿਣੇ ਜਾਣ ਦੀ ਗਵਾਹੀ ਭਰਦੀ ਹੈ। ਇਸੇ ਤਰ੍ਹਾਂ ਅਸੀਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਸਬੰਧ ਦੇ ਵਿੱਚ ਆਖਦੇ ਹਾਂ ਕਿ ਉਹਨਾਂ ਨੂੰ ਵੀ ਵੈਰੀਆਂ ਨੇ ਬੁਰਜ ਤੋਂ ਧੱਕਾ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਪਰ ਇਸ ਸਾਰੇ ਕੁਝ ਦੇ ਦਰਮਿਆਨ ਜਿਸ ਵੇਲੇ ਇਹ ਸਾਰੇ ਪ੍ਰਸੰਗ ਜਿਹੜੇ ਹਨ, ਸਾਡੇ ਆਖੇ ਜਾਂਦੇ ਸਭ ਤੋਂ ਮੁੱਖ ਇਤਿਹਾਸਕ ਸਰੋਤ, ਸਭ ਤੋਂ ਵੱਡ ਆਕਾਰੀ ਇਤਿਹਾਸਕ ਸਰੋਤ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਪੜ੍ਹਦੇ ਹਾਂ, ਜਿਸ ਨੂੰ ਕਿ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਜਿਸ ਦੀ ਕਥਾ ਕਰੀਬਨ ਹਰੇਕ ਵੱਡੇ ਗੁਰ ਅਸਥਾਨ ਦੇ ਉੱਤੇ ਹਰ ਰੋਜ਼ ਨਿਤਾ ਪ੍ਰਤੀ ਸ਼ਾਮ ਦੇ ਵੇਲੇ ਕੀਤੀ ਜਾਂਦੀ ਹੈ। ਜਦੋਂ ਉਸ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਇਹਨਾਂ ਸਾਰੇ ਪ੍ਰਸੰਗਾਂ ਨੂੰ ਪੜ੍ਹਦੇ ਹਾਂ ਤੇ ਹੈਰਾਨੀਜਨਕ ਗੱਲਾਂ ਜਿਹੜੀਆਂ ਹਨ ਉਹ ਸਾਡੇ ਸਾਹਮਣੇ ਆਉਂਦੀਆਂ ਹਨ। ਉਦਾਹਰਨ ਦੇ ਤੌਰ ਦੇ ਉੱਤੇ ਕਵੀ ਸੰਤੋਖ ਸਿੰਘ ਦੇ ਲਿਖੇ ਹੋਏ ਇਸ ਗ੍ਰੰਥ ਦੀ ਜੇਕਰ ਗੱਲ ਕੀਤੀ ਜਾਏ
ਤੇ ਕਵੀ ਸੰਤੋਖ ਸਿੰਘ ਮੁਤਾਬਕ ਜਿਹੜੇ ਵੱਡੇ ਸਾਹਿਬਜ਼ਾਦੇ ਹਨ ਉਹ ਚਮਕੌਰ ਦੀ ਗੜੀ ਦੇ ਵਿੱਚ ਲੜ ਕੇ ਸ਼ਹੀਦ ਜਿਹੜੇ ਹਨ ਉਹ ਨਹੀਂ ਹੋਏ। ਵੈਰੀਆਂ ਦੇ ਸ਼ਸਤਰਾਂ ਦੇ ਵਾਰ ਉਹਨਾਂ ਨੇ ਆਪਣੇ ਤਨ ਦੇ ਉੱਤੇ ਨਹੀਂ ਸਹਾਰੇ। ਵੈਰੀਆਂ ਦੇ ਸ਼ਸਤਰਾਂ ਦੇ ਨਾਲ ਉਹਨਾਂ ਨੂੰ ਸ਼ਹੀਦ ਨਹੀਂ ਕੀਤਾ ਗਿਆ, ਬਲਕਿ ਕਵੀ ਸੰਤੋਖ ਸਿੰਘ ਨੇ ਇਹ ਲਿਖਿਆ ਹੈ ਕਿ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਲੜਦੇ ਹੋਏ ਜਿਸ ਵੇਲੇ ਵੈਰੀਆਂ ਦੇ ਦਰਮਿਆਨ ਘਿਰ ਜਾਂਦੇ ਸਨ, ਉਸ ਵੇਲੇ ਉਹ ਸਾਹਿਬਜ਼ਾਦੇ ਰਣ ਭੂਮੀ ਦੇ ਵਿੱਚੋਂ ਅਲੋਪ ਹੋ ਜਾਂਦੇ ਸਨ, ਕਿਸੇ ਨੂੰ ਦਿਖਾਈ ਨਹੀਂ ਸਨ ਦਿੰਦੇ। ਸੋ ਰਣ ਭੂਮੀ ਦੇ ਵਿੱਚ ਲੜ ਕੇ ਵੈਰੀਆਂ ਦੇ ਸ਼ਸਤਰਾਂ ਦੇ ਵਾਰ ਖਾ ਕੇ ਸ਼ਹੀਦ ਹੋਣਾ, ਇਸ ਗੱਲ ਨੂੰ ਕਵੀ ਸੰਤੋਖ ਸਿੰਘ ਨੇ ਪ੍ਰਵਾਨ ਨਹੀਂ ਕੀਤਾ, ਬਲਕਿ ਸੰਤੋਖ ਸਿੰਘ ਦਾ ਇਹ ਲਿਖਣਾ ਹੈ ਕਿ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚੋਂ ਅਲੋਪ ਹੋ ਗਏ ਸਨ ਔਰ ਅਲੋਪ ਹੋ ਕੇ ਉਹ ਸੱਚਖੰਡ ਵਿਖੇ ਜਾ ਅਪੜੇ ਸਨ। ਇਸੇ ਤਰੀਕੇ ਦੇ ਨਾਲ ਜੇ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰੀਏ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ ਨੂੰ ਲਿਖਦਿਆਂ ਹੋਇਆਂ ਵੀ ਕਵੀ ਸੰਤੋਖ ਸਿੰਘ ਇਸ ਆਖੇ ਜਾਂਦੇ ਇਤਿਹਾਸਕ ਗ੍ਰੰਥ ਦੇ ਅੰਦਰ ਇਸ ਗੱਲ ਨੂੰ ਕਿਧਰੇ ਵੀ ਮਾਨਤਾ ਨਹੀਂ ਦਿੰਦਾ ਕਿ ਸਾਹਿਬਜ਼ਾਦਿਆਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਜਿਹੜੀ ਪਰੰਪਰਾ, ਜਿਹੜੀ ਰਵਾਇਤ ਸਾਡੇ ਅੰਦਰ ਪ੍ਰਚਲਿਤ ਹੈ ਕਿ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਸਨ, ਕਵੀ ਸੰਤੋਖ ਸਿੰਘ ਮੁਤਾਬਕ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਨਹੀਂ ਗਿਆ। ਨੀਹਾਂ ਦੇ ਵਿੱਚ ਚਿਣੇ ਜਾਣ ਦਾ ਜ਼ਿਕਰ ਕਵੀ ਸੰਤੋਖ ਸਿੰਘ ਨੇ ਆਪਣੇ ਆਖੇ ਜਾਂਦੇ ਇਸ ਇਤਿਹਾਸਕ ਸਰੋਤ ਵਾਲੇ ਸੂਰਜ ਪ੍ਰਕਾਸ਼ ਨਾਮੀ ਗ੍ਰੰਥ ਦੇ ਅੰਦਰ ਕਿਧਰੇ ਵੀ ਨਹੀਂ ਕੀਤਾ। ਔਰ ਇਸੇ ਤਰੀਕੇ ਦੇ ਨਾਲ ਜਦੋਂ ਜੇ ਮਾਤਾ ਗੁਜਰੀ ਜੀ ਦੀ ਗੱਲ ਕਰੀਏ ਤੇ ਮਾਤਾ ਗੁਜਰੀ ਜੀ ਦੇ ਸੰਬੰਧ ਵਿੱਚ ਵੀ ਕਵੀ ਸੰਤੋਖ ਸਿੰਘ ਜੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੁੰਦੇ ਕਿ ਮਾਤਾ ਗੁਜਰੀ ਜੀ ਨੂੰ ਉੱਥੇ ਸ਼ਹੀਦ ਕੀਤਾ ਗਿਆ ਸੀ, ਬਲਕਿ ਕਵੀ ਸੰਤੋਖ ਸਿੰਘ ਮੁਤਾਬਕ ਤੇ ਮਾਤਾ ਗੁਜਰੀ ਜੀ ਨੇ ਉੱਥੇ ਆਤਮ ਹੱਤਿਆ ਕੀਤੀ ਸੀ। ਉਹਨਾਂ ਨੇ ਆਪ ਆਪਣੇ ਸਰੀਰ ਦਾ, ਆਪਣੀ ਜੀਵਨ ਲੀਲਾ ਦਾ ਖਾਤਮਾ ਕੀਤਾ ਸੀ। ਸੰਖੇਪ ਦੇ ਵਿੱਚ ਮੈਂ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਉਣੀਆਂ ਚਾਹੁੰਦਾ ਹਾਂ ਤਾਂ ਜੋ ਤੁਸੀਂ ਆਪ ਖੁਦ ਦੇਖ ਸਕੋ, ਖੁਦ ਪੜ੍ਹ ਸਕੋ ਕਿ ਅਸਲ ਦੇ ਵਿੱਚ ਸੰਤੋਖ ਸਿੰਘ ਦੇ ਲਿਖੇ ਹੋਏ ਸੂਰਜ ਪ੍ਰਕਾਸ਼ ਗ੍ਰੰਥ, ਜਿਸ ਦੀ ਹਰ ਰੋਜ਼ ਸਾਰੇ ਗੁਰ ਅਸਥਾਨਾਂ ਦੇ ਉੱਤੇ ਨਿਤਾ ਪ੍ਰਤੀ ਇਤਿਹਾਸ ਦੇ ਨਾਮ ਦੇ ਉੱਤੇ ਕਥਾ ਕੀਤੀ ਜਾਂਦੀ ਹੈ, ਸਾਹਿਬਜ਼ਾਦਿਆਂ ਦੇ ਇਤਿਹਾਸਕ ਪ੍ਰਸੰਗ ਦੇ ਸੰਬੰਧ ਦੇ ਵਿੱਚ ਕਿਹੜੀਆਂ-ਕਿਹੜੀਆਂ ਗਲਤ ਬਿਆਨੀਆਂ ਉਸ ਕਵੀ ਸੰਤੋਖ ਸਿੰਘ ਨੇ ਇਸ ਗ੍ਰੰਥ ਦੇ ਅੰਦਰ ਕੀਤੀਆਂ ਹਨ। ਸਭ ਤੋਂ ਪਹਿਲਾਂ ਤੁਸੀਂ ਅੱਜ ਸਕਰੀਨ ਦੇ ਉੱਪਰ ਦੇਖੋਗੇ ਜਿਸ ਵੇਲੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ 6ਵੀਂ ਰੁੱਤ ਦਾ 39ਵਾਂ ਅਧਿਆਇ ਆਉਂਦਾ ਹੈ। ਇਸ ਦਾ ਸਿਰਲੇਖ ਹੈ ਬਾਬਾ ਅਜੀਤ ਸਿੰਘ ਜੀ ਦਾ ਯੁੱਧ। ਇਸ ਅਧਿਆਇ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਬਾਬਾ ਅਜੀਤ ਸਿੰਘ ਜੀ ਦੁਆਰਾ ਗੁਰੂ ਪਿਤਾ ਜੀ ਦੇ ਕੋਲੋਂ ਆਗਿਆ ਲੈ ਕੇ ਰਣ ਭੂਮੀ ਦੇ ਵਿੱਚ ਜਾਣਾ, ਰਣ ਭੂਮੀ ਦੇ ਵਿੱਚ ਜਾ ਕੇ ਵੈਰੀਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਲੜਨਾ, ਕਿਹੜੇ-ਕਿਹੜੇ ਹਥਿਆਰਾਂ ਦੀ ਵਰਤੋਂ ਕਰਨੀ, ਉਹ ਸਾਰਾ ਜ਼ਿਕਰ ਬੜੇ ਵਿਸਥਾਰ ਦੇ ਨਾਲ ਕੀਤਾ ਹੈ। ਪਰ ਉਹ ਸਾਰਾ ਜ਼ਿਕਰ ਕਰਨ ਤੋਂ ਬਾਅਦ ਅਖੀਰ ਦੇ ਉੱਤੇ ਜਾ ਕੇ ਜਦੋਂ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਦਾ ਸਮਾਂ, ਉਹਨਾਂ ਦੇ ਜੀਵਨ ਦਾ ਆਖਰੀ ਸਮਾਂ ਆਉਂਦਾ ਹੈ, ਜਦੋਂ ਉਸ ਦਾ ਜ਼ਿਕਰ ਕਰਦੇ ਹਨ ਤੇ ਉੱਥੇ ਜਾ ਕੇ ਉਹ ਲਿਖਦੇ ਹਨ, ਤੁਸੀਂ ਇਹ 34ਵਾਂ ਅੰਕ ਜਦੋਂ ਪੜ੍ਹਦੇ ਹੋ ਉੱਥੇ ਲਿਖਿਆ ਹੈ ਕਿ ਇਮ ਕੀਨ ਯੁੱਧ ਗਨ ਛਤਰ ਹੱਥ ਲੋਪ ਭਏ ਤਤਕਾਲ ਰਨ ਸਭ ਦਿਖਤ ਅਚੰਭੈ ਹੋਏ ਰਹੇ ਕਹਾਂ ਗਇਓ ਕਿਤ ਛਪਿਓ ਹਨ। ਸੰਤੋਖ ਸਿੰਘ ਨੇ ਇਹ ਲਿਖ ਦਿੱਤਾ ਕਿ ਇਸ ਤਰੀਕੇ ਦੇ ਨਾਲ ਯੁੱਧ ਕਰਨ ਤੋਂ ਬਾਅਦ, ਇਸ ਤਰੀਕੇ ਦੇ ਨਾਲ ਲੜਾਈ ਕਰਨ ਤੋਂ ਬਾਅਦ ਲੋਪ ਭਏ ਤਤਕਾਲ ਰਨ, ਬਾਬਾ ਅਜੀਤ ਸਿੰਘ ਰਣ ਭੂਮੀ ਦੇ ਵਿੱਚੋਂ ਅਲੋਪ ਹੋ ਗਏ ਤੇ ਜਿਨ੍ਹਾਂ ਵੈਰੀਆਂ ਨੇ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਘੇਰੇ ਦੇ ਵਿੱਚ ਲਿਆ ਹੋਇਆ ਸੀ, ਸਭ ਦਿਖਤ ਅਚੰਭੈ ਹੋਏ ਰਹੇ।
ਉਹ ਸਾਰੇ ਵੈਰੀ ਹੈਰਾਨ ਰਹਿ ਗਏ। ਉਹ ਸਾਰੇ ਵੈਰੀ ਜਿਹੜੇ ਹਨ ਅਚੰਭਤ ਰਹਿ ਗਏ ਵੀ ਕਹਾਂ ਗਇਓ ਕਿਤ ਛਪਿਓ ਹਨ, ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਕਿੱਧਰ ਚਲਿਆ ਗਿਆ, ਕਿੱਧਰ ਛੁਪ ਗਿਆ, ਕਿੱਧਰ ਅਲੋਪ ਹੋ ਗਿਆ। ਭਾਵ ਸੰਤੋਖ ਸਿੰਘ ਮੁਤਾਬਕ ਬਾਬਾ ਅਜੀਤ ਸਿੰਘ ਵੈਰੀਆਂ ਦੇ ਸ਼ਸਤਰਾਂ ਦੇ ਵਾਰ ਆਪਣੇ ਤਨ ਦੇ ਉੱਤੇ ਸਹਾਰ ਕੇ ਰਣ ਭੂਮੀ ਦੇ ਵਿੱਚ ਸ਼ਹੀਦ ਨਹੀਂ ਹੋਏ, ਬਲਕਿ ਜਿਸ ਵੇਲੇ ਉਹਨਾਂ ਨੇ ਆਪਣੇ ਆਪ ਨੂੰ ਵੈਰੀਆਂ ਦੇ ਦਰਮਿਆਨ ਘਿਰਿਆ ਹੋਇਆ ਤੱਕਿਆ ਤੇ ਬਾਬਾ ਅਜੀਤ ਸਿੰਘ ਜੀ ਉਸ ਰਣ ਭੂਮੀ ਦੇ ਵਿੱਚੋਂ ਆਲੋਪ ਹੋ ਕੇ, ਕਵੀ ਸੰਤੋਖ ਸਿੰਘ ਕਹਿੰਦਾ ਕਿ ਹਰੀ ਦੇ ਤਾਮ ਅਪੜ ਗਏ, ਸੱਚਖੰਡ ਅਪੜ ਗਏ। ਅਗਲੀਆਂ ਪੰਕਤੀਆਂ ਉਹਨਾਂ ਨੇ ਲਿਖੀਆਂ ਨੇ ਕਿ ਇਸ ਬਿਦ ਗੁਰ ਨੰਦਨ ਲੜਿਓ, ਜਿਹ ਅਜੀਤ ਸਿੰਘ ਨਾਮ, ਸੋ ਜਸ ਜਗਤ ਮੈਂ ਪ੍ਰਗਟ ਭਾ, ਪੁਨ ਪਹੁੰਚੇ ਹਰ ਧਾਮ। ਰਣ ਭੂਮੀ ਦੇ ਵਿੱਚੋਂ ਆਲੋਪ ਹੋ ਕੇ ਬਾਬਾ ਅਜੀਤ ਸਿੰਘ ਜਿਹੜੇ ਹਨ ਉਹ ਹਰੀ ਦੇ ਧਾਮ ਭਾਵ ਸੱਚਖੰਡ ਬੈਕੁੰਠ ਚਲੇ ਗਏ। ਭਾਵ ਵੈਰੀਆਂ ਦੇ ਨਾਲ ਲੜ ਕੇ, ਵੈਰੀਆਂ ਦੇ ਸ਼ਸਤਰਾਂ ਦੇ ਵਾਰ ਸਹਾਰ ਕੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਜਿਹੜੀ ਹੈ ਉਹ ਨਹੀਂ ਹੋਈ। ਇਸੇ ਤਰੀਕੇ ਦੇ ਨਾਲ ਜਿਸ ਵੇਲੇ ਉਹਨਾਂ ਨੇ ਦੂਸਰੇ ਸਾਹਿਬਜ਼ਾਦੇ ਦਾ ਜ਼ਿਕਰ ਕੀਤਾ, ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਸਾਹਿਬਜ਼ਾਦਿਆਂ ਦੇ ਨਾਮਾਂ ਦੀ ਜਿਹੜੀ ਤਰਤੀਬ ਦਿੱਤੀ ਹੈ ਉਹ ਆਮ ਜਿਹੜੀ ਸਿੱਖ ਜਗਤ ਦੇ ਅੰਦਰ ਪ੍ਰਚਲਿਤ ਤਰਤੀਬ ਹੈ ਉਹਦੇ ਨਾਲੋਂ ਵੱਖਰੀ ਹੈ। ਆਮ ਸਿੱਖ ਜਗਤ ਦੇ ਅੰਦਰ ਜਿਹੜੀ ਪ੍ਰਚਲਿਤ ਤਰਤੀਬ ਹੈ ਉਹ ਇਹ ਆਖਦੀ ਹੈ ਕਿ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਇਹ ਗੁਰੂ ਸਾਹਿਬ ਜੀ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਸਨ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ। ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਇਹ ਛੋਟੇ ਸਾਹਿਬਜ਼ਾਦੇ ਸਨ ਜਿਹੜੇ ਸਰਹੰਦ ਵਿਖੇ ਨੀਹਾਂ ਦੇ ਵਿੱਚ ਚਿਣ ਕੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ। ਪਰ ਸੰਤੋਖ ਸਿੰਘ ਨੇ ਜਿਹੜੀ ਇਹ ਤਰਤੀਬ ਦਿੱਤੀ ਹੈ ਉਸ ਤਰਤੀਬ ਅਨੁਸਾਰ ਜਿਹੜੇ ਵੱਡੇ ਸਾਹਿਬਜ਼ਾਦੇ ਸਨ ਬਾਬਾ ਅਜੀਤ ਸਿੰਘ, ਉਹਨਾਂ ਤੋਂ ਬਾਅਦ ਜਿਹੜੇ ਦੂਸਰੇ ਸਾਹਿਬਜ਼ਾਦੇ ਨੇ ਉਹ ਜੁਝਾਰ ਸਿੰਘ ਨਹੀਂ ਬਲਕਿ ਸੰਤੋਖ ਸਿੰਘ ਮੁਤਾਬਕ ਦੂਸਰੇ ਸਾਹਿਬਜ਼ਾਦੇ ਦਾ ਨਾਮ ਬਾਬਾ ਜੋਰਾਵਰ ਸਿੰਘ ਹੈ। ਸੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਣ ਵਾਲੇ ਅਜੀਤ ਸਿੰਘ ਤੇ ਜੋਰਾਵਰ ਸਿੰਘ ਔਰ ਸਰਹੰਦ ਵਿਖੇ ਸ਼ਹੀਦ ਹੋਣ ਵਾਲੇ ਬਾਬਾ ਜੁਝਾਰ ਸਿੰਘ ਤੇ ਬਾਬਾ ਫਤਿਹ ਸਿੰਘ, ਇਹ ਤਰਤੀਬ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਸਾਹਿਬਜ਼ਾਦਿਆਂ ਦੇ ਨਾਮਾਂ ਦੀ ਦਿੱਤੀ ਹੈ। ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ 6ਵੀਂ ਰੁੱਤ ਦਾ ਜਦੋਂ 40ਵਾਂ ਅਧਿਆਇ ਆਰੰਭ ਹੁੰਦਾ ਹੈ, ਸ਼ੁਰੂ ਦੇ ਵਿੱਚ ਦੋਹਰਾ ਹੈ ਕਿ ਬਹੁਰ ਹੇਲ ਕੋ ਕਰਤ ਭੇ ਚੌਂ ਦਿਸ਼ਤੇ ਸਮੁਦਾਏ, ਤਬ ਜੋਰਾਵਰ ਸਿੰਘ ਜੀ ਲੈ ਗੁਰ ਪਿਤਾ ਰਜਾਏ। ਕਿ ਜਿਸ ਵੇਲੇ ਵੈਰੀਆਂ ਨੇ ਚੌਹਾਂ ਦਿਸ਼ਾਵਾਂ ਤੋਂ ਹੱਲੇ ਕਰਨੇ ਆਰੰਭ ਸ਼ੁਰੂ ਕੀਤੇ ਤੇ ਉਸ ਵੇਲੇ ਜੋਰਾਵਰ ਸਿੰਘ ਜੀ, ਜੁਝਾਰ ਸਿੰਘ ਨਹੀਂ, ਕਵੀ ਸੰਤੋਖ ਸਿੰਘ ਦੂਸਰਾ ਸਾਹਿਬਜ਼ਾਦੇ ਦਾ ਨਾਮ ਜੋਰਾਵਰ ਸਿੰਘ ਲਿਖਦਾ ਹੈ ਕਿ ਤਬ ਜੋਰਾਵਰ ਸਿੰਘ ਜੀ ਲੈ ਗੁਰ ਪਿਤਾ ਰਜਾਏ। ਭਾਈ ਜੋਰਾਵਰ ਸਿੰਘ ਜੀ ਗੁਰੂ ਪਿਤਾ ਜੀ ਦੀ ਆਗਿਆ ਲੈ ਕੇ ਉਹ ਰਣ ਭੂਮੀ ਦੇ ਵਿੱਚ ਵੈਰੀ ਦੇ ਨਾਲ ਲੜਨ ਵਾਸਤੇ ਗਏ। ਸੋ ਇਸ ਅਧਿਆਏ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ ਨੇ ਲੜਾਈ ਕੀਤੀ ਉਸ ਦਾ ਵਿਸਥਾਰ ਦੇ ਵਿੱਚ ਜ਼ਿਕਰ ਜਿਹੜਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ। ਪਰ ਫਿਰ ਉਸੇ ਤਰੀਕੇ ਦੇ ਨਾਲ ਜਦੋਂ ਬਾਬਾ ਜੋਰਾਵਰ ਸਿੰਘ ਜੀ ਦੀ ਸ਼ਹੀਦੀ ਦਾ ਜ਼ਿਕਰ ਆਇਆ ਉੱਥੇ ਕਵੀ ਸੰਤੋਖ ਸਿੰਘ ਜੀ ਨੇ ਫਿਰ ਕਿਧਰੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਕਿ ਬਾਬਾ ਜੋਰਾਵਰ ਸਿੰਘ ਜਿਹੜੇ ਹਨ ਉਹ ਵੈਰੀਆਂ ਦੇ ਕੀਤੇ ਹੋਏ ਸ਼ਸਤਰਾਂ ਦੇ ਵਾਰ ਦੇ ਨਾਲ ਰਣ ਭੂਮੀ ਦੇ ਵਿੱਚ ਸ਼ਹੀਦ ਹੋਏ ਸਨ, ਬਲਕਿ ਸੰਤੋਖ ਸਿੰਘ ਲਿਖਦਾ ਹੈ ਕਿ ਜੋਰਾਵਰ ਸਿੰਘ ਵੱਡ ਜੋਰਾਵਰ ਕਰ ਕਰ ਜੋਰ ਦਿਖਾਇਓ, ਮਾਰ ਹਜ਼ਾਰੋਂ ਰਿਪ ਗਨ ਕੋ ਪੁਨ ਜੰਗ ਬੀਚ ਲੁਪਤਾਇਓ। ਕਿ ਜੋਰਾਵਰ ਸਿੰਘ ਬੜੀ ਜੋਰਾਵਰੀ ਦੇ ਨਾਲ ਰਣ ਭੂਮੀ ਦੇ ਵਿੱਚ ਉਹਨਾਂ ਨੇ ਆਪਣਾ ਜ਼ੋਰ ਦਿਖਾਇਆ। ਉਹਨਾਂ ਨੇ ਹਜ਼ਾਰਾਂ ਹੀ ਵੈਰੀਆਂ ਨੂੰ ਮਾਰਿਆ ਤੇ ਹਜ਼ਾਰਾਂ ਹੀ ਵੈਰੀਆਂ ਨੂੰ ਮਾਰਨ ਤੋਂ ਬਾਅਦ ਪੁਨ ਜੰਗ ਬੀਚ ਲੁਪਤਾਇਓ। ਲੁਪਤਾਇਓ ਦਾ ਅਰਥ ਹੈ ਲੁਪਤ ਹੋ ਗਏ, ਅਲੋਪ ਹੋ ਗਏ। ਹਜ਼ਾਰਾਂ ਵੈਰੀਆਂ ਨੂੰ ਮਾਰਨ ਤੋਂ ਬਾਅਦ
ਬਾਬਾ ਜੋਰਾਵਰ ਸਿੰਘ ਜੀ ਵੀ ਰਣ ਭੂਮੀ ਦੇ ਵਿੱਚੋਂ ਅਲੋਪ ਹੋ ਗਏ। ਦੇਖ ਰਹੇ ਦੁਸ਼ਮਣ 10 ਦਿਸ਼ਕੋ, ਭਇਓ ਅਦ੍ਰਿਸ਼ਟ ਤਦਾਈ, ਜੁਗ ਨੰਦਨ ਜਬ ਜੂਝੇ ਰਣ ਮਹਿ, ਸਿੰਘਨ ਅਰਜ ਲਗਾਈ। ਸੰਤੋਖ ਸਿੰਘ ਕਹਿੰਦਾ ਕਿ ਦੇਖ ਰਹੇ ਦੁਸ਼ਮਣ 10 ਦਿਸ਼ਕੋ, ਜਿਹੜੇ ਦੁਸ਼ਮਣ ਸਨ, ਜਿਹੜੇ ਵੈਰੀ ਸਨ, ਜਿਨ੍ਹਾਂ ਨੇ ਬਾਬਾ ਜੋਰਾਵਰ ਸਿੰਘ ਨੂੰ ਘੇਰਾ ਪਾਇਆ ਹੋਇਆ ਸੀ, ਉਹ ਆਲਾ ਦੁਆਲਾ ਦੇਖਦੇ ਪਏ ਹਨ, ਉੱਪਰ ਥੱਲੇ ਦੇਖਦੇ ਪਏ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬਜ਼ਾਦਾ ਜੋਰਾਵਰ ਸਿੰਘ ਕਿੱਧਰ ਅਲੋਪ ਹੋ ਗਿਆ ਹੈ। ਪਰ ਕਿਸੇ ਨੂੰ ਵੀ ਬਾਬਾ ਜੋਰਾਵਰ ਸਿੰਘ ਜਿਹੜੇ ਹਨ ਉਹ ਕਿਧਰੇ ਦਿਖਾਈ ਨਹੀਂ ਦਿੱਤੇ। ਇਹੋ ਗੱਲਾਂ ਨੇ ਜਿਹੜੀਆਂ ਆਮ ਸਾਡੇ ਸਿੱਖ ਜਗਤ ਦੇ ਅੰਦਰ ਜਿਤਨੀਆਂ ਵੀ ਪ੍ਰਚਲਿਤ ਧਾਰਨਾਵਾਂ ਹਨ, ਉਹਨਾਂ ਸਾਰੀਆਂ ਧਾਰਨਾਵਾਂ ਦੇ ਨਾਲੋਂ ਵੱਖਰੀਆਂ ਕਰਕੇ ਹੈਰਾਨੀਜਨਕ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਨੇ ਲਿਖੀਆਂ ਹਨ। ਉਸ ਤਰੀਕੇ ਦੇ ਨਾਲ ਲਿਖੀਆਂ ਹਨ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਕੋਈ ਵੀ ਮੰਨ ਨਾ ਸਕੇ, ਜੋ ਕਿ ਗਲਤ ਬਿਆਨੀਆਂ ਕਵੀ ਸੰਤੋਖ ਸਿੰਘ ਜੀ ਇੱਥੇ ਕਰ ਰਹੇ ਹਨ ਕਿ ਬਾਬਾ ਅਜੀਤ ਸਿੰਘ ਔਰ ਬਾਬਾ ਜੋਰਾਵਰ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਵੈਰੀਆਂ ਦੇ ਨਾਲ ਲੜੇ ਹਨ, ਪਰ ਵੈਰੀਆਂ ਦੇ ਨਾਲ ਲੜਦਿਆਂ ਹੋਇਆਂ ਇਹ ਦੋਨੋਂ ਸਾਹਿਬਜ਼ਾਦੇ ਉੱਥੇ ਸ਼ਹੀਦ ਨਹੀਂ ਹੋਏ, ਬਲਕਿ ਲੜਦੇ ਲੜਦੇ ਇਹ ਦੋਨੋਂ ਹੀ ਸਾਹਿਬਜ਼ਾਦੇ ਰਣ ਭੂਮੀ ਦੇ ਵਿੱਚੋਂ ਅਲੋਪ ਹੋ ਗਏ। ਆਪਣੇ ਸਰੀਰਾਂ ਸਮੇਤ ਹੀ ਇਹ ਦੋਨੋਂ ਸਾਹਿਬਜ਼ਾਦੇ ਜਿਹੜੇ ਹਨ ਹਰੀ ਦੇ ਧਾਮ ਅੱਪੜ ਗਏ, ਬੈਕੁੰਠ ਦੇ ਵਿੱਚ ਚਲੇ ਗਏ, ਸੱਚਖੰਡ ਦੇ ਵਿੱਚ ਚਲੇ ਗਏ। ਇਸੇ ਤਰ੍ਹਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪ੍ਰਸੰਗ ਸੰਤੋਖ ਸਿੰਘ ਦੇ ਲਿਖੇ ਹੋਏ ਇਸ ਗ੍ਰੰਥ ਦੇ ਵਿੱਚੋਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਵੀ ਕਈ ਹੈਰਾਨੀਜਨਕ ਗੱਲਾਂ ਜਿਹੜੀਆਂ ਹਨ ਉਹ ਸਾਡੇ ਸਾਹਮਣੇ ਆਉਂਦੀਆਂ ਹਨ, ਜੋ ਕਿ ਸਾਡੀਆਂ ਪ੍ਰਚਲਿਤ ਰਵਾਇਤਾਂ ਦੇ ਨਾਲੋਂ ਬਿਲਕੁਲ ਵੱਖਰੀਆਂ ਹਨ। ਇੱਕ ਤੇ ਇਸ ਪੂਰੇ ਪ੍ਰਸੰਗ ਦੇ ਅੰਦਰ ਸੰਤੋਖ ਸਿੰਘ ਨੇ ਗੰਗੂ ਬ੍ਰਾਹਮਣ ਦਾ ਨਾਮ ਕਿਧਰੇ ਨਹੀਂ ਦਿੱਤਾ। ਬ੍ਰਾਹਮਣ ਲਿਖਿਆ ਹੈ ਪਰ ਉਸ ਦਾ ਨਾਮ ਕੀ ਸੀ ਉਸ ਦਾ ਜ਼ਿਕਰ ਸੰਤੋਖ ਸਿੰਘ ਨੇ ਨਹੀਂ ਕੀਤਾ, ਜੋ ਕਿ ਆਮ ਕਰਕੇ ਸਾਡੇ ਸਮਾਜ ਦੇ ਅੰਦਰ, ਗੁਰਦੁਆਰਿਆਂ ਦੇ ਅੰਦਰ ਜਿਸ ਗੱਲ ਦਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੰਗੂ ਬ੍ਰਾਹਮਣ ਨੇ ਸਾਹਿਬਜ਼ਾਦੇ ਜਿਹੜੇ ਸਨ ਉਹ ਪਕੜਵਾਏ ਸਨ। ਦੂਸਰੀ ਗੱਲ, ਸਾਹਿਬਜ਼ਾਦਿਆਂ ਦੇ ਨਾਮਾਂ ਦੀ ਸਰਹੱਦ ਦੇ ਵਿੱਚ ਸ਼ਹੀਦ ਹੋਣ ਵਾਲੇ ਸਾਹਿਬਜ਼ਾਦੇ ਜੋ ਸਾਡੇ ਵਿੱਚ ਪ੍ਰਚਲਿਤ ਤਰਤੀਬ ਹੈ ਉਸ ਮੁਤਾਬਕ ਜੋਰਾਵਰ ਸਿੰਘ ਤੇ ਫਤਿਹ ਸਿੰਘ ਸਨ, ਪਰ ਸੰਤੋਖ ਸਿੰਘ ਕਹਿੰਦਾ ਹੈ ਕਿ ਇੱਥੇ ਸਰਹੰਦ ਦੇ ਵਿੱਚ ਸ਼ਹੀਦ ਹੋਣ ਵਾਲੇ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਜੁਝਾਰ ਸਿੰਘ ਅਤੇ ਫਤਿਹ ਸਿੰਘ ਸਨ। ਫਿਰ ਤੀਸਰੀ ਗੱਲ, ਜੋ ਇੱਕ ਪ੍ਰਚਲਿਤ ਰਵਾਇਤ ਹੈ ਸਾਡੇ ਵਿੱਚ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ, ਪਰ ਸੰਤੋਖ ਸਿੰਘ ਦੇ ਲਿਖੇ ਹੋਏ ਇਸ ਪੂਰੇ ਇਤਿਹਾਸਕ ਪ੍ਰਸੰਗ ਦੇ ਅੰਦਰ ਸਾਹਿਬਜ਼ਾਦਿਆਂ ਦਾ ਨੀਹਾਂ ਦੇ ਵਿੱਚ ਚਿਣਿਆ ਜਾਣਾ, ਇਸ ਦਾ ਕਿਧਰੇ ਵੀ ਕਵੀ ਸੰਤੋਖ ਸਿੰਘ ਨੇ ਕੋਈ ਜ਼ਿਕਰ ਇੱਕ ਵਾਰੀ ਵੀ ਨਹੀਂ ਕੀਤਾ। ਇਹਨਾਂ ਲਿਖਿਆ ਹੈ ਕਿ ਸਾਹਿਬਜ਼ਾਦਿਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਉੱਥੇ ਸਵਾਲ ਜਵਾਬ ਹੋਏ, ਬਾਬਾ ਜੁਝਾਰ ਸਿੰਘ ਨੇ ਅੱਗਿਓਂ ਜਵਾਬ ਦਿੱਤੇ ਔਰ ਉਹਨਾਂ ਜਵਾਬਾਂ ਤੋਂ ਖਫਾ ਹੋ ਕੇ ਵਜੀਦ ਖਾਨ ਨੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦਾ ਜਿਹੜਾ ਸੀ ਉਹ ਹੁਕਮ ਸੁਣਾ ਦਿੱਤਾ। ਆਪਣੇ ਸੱਜੇ ਪਾਸੇ ਦੇਖਿਆ, ਖੱਬੇ ਪਾਸੇ ਦੇਖਿਆ, ਅੱਗੇ ਦੇਖਿਆ, ਕੋਈ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਤਿਆਰ ਨਾ ਹੋਇਆ ਤੇ ਫਿਰ ਵਜੀਦ ਖਾਨ ਨੇ ਆਪਣੇ ਪਿਛਲੇ ਪਾਸੇ ਖਲੋਤੇ ਹੋਏ ਇੱਕ ਗਿਲਜਈ ਪਠਾਨ ਨੂੰ ਇਹ ਆਖਿਆ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਕੁਝ ਦੂਰੀ ਤੇ ਲਿਜਾ ਕੇ ਇਹਨਾਂ ਦੇ ਸਿਰ ਜਿਹੜੇ ਹਨ ਉਹ ਧੜ ਨਾਲੋਂ ਜੁਦਾ ਕਰ ਦੇ। ਸੰਤੋਖ ਸਿੰਘ ਦੀਆਂ ਪੰਕਤੀਆਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਉੱਥੇ ਲਿਖਿਆ ਹੈ ਕਿ ਅਧਮ ਤਬੈ ਤਰਵਾਰ ਚਲਾਈ, ਸਿਰ ਜੁਝਾਰ ਸਿੰਘ ਦਿਓ ਗਿਰਾਈ। ਅਧਮ ਦਾ ਅਰਥ ਹੈ ਨੀਚ। ਉਸ ਗਿਲਜਈ ਪਠਾਨ ਨੇ ਤਲਵਾਰ ਦੀ ਵਰਤੋਂ ਕੀਤੀ ਔਰ ਸਭ ਤੋਂ ਪਹਿਲਾ ਵਾਰ ਕਰਕੇ ਉਸ ਨੇ ਜੁਝਾਰ ਸਿੰਘ ਦਾ ਸਿਰ ਜਿਹੜਾ ਸੀ ਉਹ ਧਰਤੀ ਦੇ ਉੱਤੇ ਸੁੱਟ ਦਿੱਤਾ। ਬਹੁਰ ਦੂਸਰੋ ਵਾਰ ਪ੍ਰਹਾਰਾ, ਫਤਿਹ ਸਿੰਘ ਕੋ ਸੀਸ ਉਤਾਰਾ। ਫਿਰ ਉਸ ਨੇ ਤਲਵਾਰ ਦੇ ਨਾਲ ਦੂਸਰਾ ਵਾਰ ਕੀਤਾ ਤੇ ਦੂਸਰਾ ਵਾਰ ਕਰਕੇ ਉਸ ਨੇ ਫਤਿਹ ਸਿੰਘ ਦਾ ਸੀਸ ਜਿਹੜਾ ਸੀ ਉਹ ਧੜ ਨਾਲੋਂ ਜੁਦਾ ਕਰ ਦਿੱਤਾ।
ਭਾਵ ਪੂਰੇ ਪ੍ਰਸੰਗ ਦੇ ਅੰਦਰ ਇਹਨਾਂ ਸਾਹਿਬਜ਼ਾਦਿਆਂ ਦੇ ਨੀਹਾਂ ਦੇ ਵਿੱਚ ਚਿਣੇ ਜਾਣ ਦਾ ਜ਼ਿਕਰ ਜਿਹੜਾ ਹੈ ਕਵੀ ਸੰਤੋਖ ਸਿੰਘ ਨੇ ਕਿਧਰੇ ਨਹੀਂ ਕੀਤਾ। ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ। ਸੰਤੋਖ ਸਿੰਘ ਇਸ ਗੱਲ ਦੇ ਨਾਲ ਸਹਿਮਤੀ ਨਹੀਂ ਪ੍ਰਗਟਾਉਂਦਾ, ਜੋ ਕਿ ਅਸੀਂ ਆਮ ਕਰਕੇ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਇਹਨਾਂ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦਾ ਜਸ ਗਾਉਂਦਿਆਂ ਹੋਇਆਂ ਅਸੀਂ ਪ੍ਰਚਾਰਦੇ ਹਾਂ। ਫਿਰ ਇਸ ਤੋਂ ਬਾਅਦ ਜਦੋਂ ਮਾਤਾ ਗੁਜਰੀ ਜੀ ਦਾ ਜ਼ਿਕਰ ਆਉਂਦਾ ਹੈ, ਆਮ ਸਾਡੇ ਅੰਦਰ ਪ੍ਰਚਲਿਤ ਰਵਾਇਤ ਇਹ ਹੈ ਕਿ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ ਗਿਆ, ਹੇਠਾਂ ਸੁੱਟ ਕੇ ਸ਼ਹੀਦ ਕੀਤਾ ਗਿਆ। ਪਰ ਜੇ ਸੰਤੋਖ ਸਿੰਘ ਦੀ ਲਿਖਤ ਇਸ ਸਬੰਧ ਦੇ ਵਿੱਚ ਅਸੀਂ ਵੇਖਣੀ ਹੋਵੇ ਤੇ ਸੰਤੋਖ ਸਿੰਘ ਦੀ ਲਿਖਤ ਦੇ ਵਿੱਚੋਂ ਇਹ ਤੱਥ ਸਾਡੇ ਸਾਹਮਣੇ ਆਉਂਦੇ ਹਨ ਕਿ ਮਾਤਾ ਗੁਜਰੀ ਜੀ ਨੂੰ ਉੱਥੇ ਸ਼ਹੀਦ ਨਹੀਂ ਕੀਤਾ ਗਿਆ, ਬਲਕਿ ਸਾਹਿਬਜ਼ਾਦਿਆਂ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਖੁਦ ਆਤਮ ਹੱਤਿਆ ਕਰ ਲਈ ਸੀ। ਸੰਤੋਖ ਸਿੰਘ ਨੇ ਇੱਕ ਸਿੱਖ ਦਾ ਨਾਮ ਲਿਖਿਆ ਹੈ ਟੋਡਰਮਲ, ਕਿ ਟੋਡਰਮਲ ਚਾਹੁੰਦਾ ਸੀ ਮੈਂ ਕੁਝ ਪੈਸੇ ਦੇ ਕੇ ਸਾਹਿਬਜ਼ਾਦਿਆਂ ਨੂੰ ਰਿਹਾ ਕਰਵਾ ਲਵਾਂ, ਪਰ ਜਿਸ ਵੇਲੇ ਉਹ ਕਚਹਿਰੀ ਦੇ ਵਿੱਚ ਪਹੁੰਚਿਆ ਤੇ ਇਸ ਦੇ ਪਹੁੰਚਣ ਤੋਂ ਪਹਿਲਾਂ ਇਹ ਭਾਣਾ ਵਰਤ ਚੁੱਕਿਆ ਸੀ। ਪੰਕਤੀਆਂ ਹਨ ਕਿ ਇੱਕ ਸਿੱਖ ਟੋਡਰਮਲ ਬਹੁ ਧਨੀ ਸਾਹਿਬਜ਼ਾਦੇ ਪਕੜਨ ਸੁਣੀ। ਸਾਹਿਬਜ਼ਾਦਿਆਂ ਦਾ ਪਕੜਿਆ ਜਾਣਾ ਟੋਡਰਮਲ ਨੇ ਸੁਣਿਆ। ਬਹੁਤ ਧਨੀ ਸਿੱਖ ਸੀ ਇਹ ਚਾਹੁੰਦਾ ਸੀਗਾ ਕਿ ਮੈਂ ਸਾਹਿਬਜ਼ਾਦੇ ਰਿਹਾ ਕਰਵਾ ਲਵਾਂ, ਪਰ ਇਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਉਹ ਸਾਹਿਬਜ਼ਾਦੇ ਜਿਹੜੇ ਸਨ ਉਹ ਸ਼ਹੀਦ ਕਰ ਦਿੱਤੇ ਗਏ ਸਨ। ਇਸ ਵਾਸਤੇ ਇਹ ਮਾਤਾ ਜੀ ਦੇ ਪਾਸ ਅਪੜਿਆ ਹੈ ਔਰ ਜਾ ਕੇ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਜਿਹੜੀ ਹੈ ਇਸ ਟੋਡਰਮਲ ਨੇ ਜਾ ਕੇ ਦਿੱਤੀ ਹੈ। ਉਹ ਪੰਕਤੀਆਂ ਹਨ ਕਿ ਗਮਨਿਓ ਤੁਰੰਤ ਮਾਤ ਜਹ ਬੈਸੀ, ਚਿੰਤਾ ਬਸ ਥਿਰ ਮੂਰਤ ਜੈਸੀ, ਕਰਤ ਪ੍ਰਤੀਖਣ ਪੌਤਰਨ ਕੇਰੀ, ਸਭਾ ਵਿਖੇ ਤੇ ਆਮੇ ਫੇਰੀ। ਜਿੱਥੇ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਦੀ ਉਡੀਕ ਕਰਦੇ ਪਏ ਸਨ, ਉਸ ਜਗ੍ਹਾ ਦੇ ਉੱਤੇ ਇਹ ਟੋਡਰਮਲ ਜਿਹੜਾ ਹੈ ਇਹ ਪਹੁੰਚਿਆ ਹੈ। ਇਸ ਨੂੰ ਦੇਖ ਕੇ ਮਾਤਾ ਜੀ ਨੇ ਪੁੱਛਿਆ ਹੈ, ਕਹੋ ਭਾਈ ਤੂੰ ਆਇਓ ਕੌਣ, ਕਿਉਂ ਅਤ ਦੁਖੀ ਹੇਤ ਕਹੋ ਤੌਣ। ਮਾਤਾ ਜੀ ਪੁੱਛਦੇ ਹਨ ਤੂੰ ਕੌਣ ਹੈ, ਕਿਸ ਮਕਸਦ ਵਾਸਤੇ ਆਇਆ ਹੈ। ਤੇ ਇਸ ਨੇ ਜਵਾਬ ਦਿੱਤਾ, ਕਿਆ ਬੂਝਤ ਬੈਠੀ ਅਬ ਮਾਤ, ਮਰਤ ਪਿਖੇ ਮੈਂ ਦਵੈ ਗੁਰਤਾਤ। ਇਸ ਨੇ ਜਵਾਬ ਦਿੰਦਿਆਂ ਹੋਇਆਂ ਆਖਿਆ ਕਿ ਮਾਤਾ ਜੀ ਤੁਸੀਂ ਇੱਥੇ ਬੈਠੇ ਹੋਏ ਕੀ ਕਰਦੇ ਹੋ? ਮੈਂ ਤੇ ਆਪਣੀਆਂ ਅੱਖਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਦੋਨਾਂ ਪੁੱਤਰਾਂ ਨੂੰ ਮਰਦਿਆਂ ਹੋਇਆਂ ਦੇਖ ਕੇ ਆਪ ਜੀ ਦੇ ਪਾਸ ਆਇਆ ਹਾਂ। ਭਾਵ ਦੋਨੋਂ ਸਾਹਿਬਜ਼ਾਦੇ ਮਰ ਚੁੱਕੇ ਹਨ। ਮੈਂ ਆਪਣੀਆਂ ਅੱਖਾਂ ਦੇ ਨਾਲ ਇਹ ਸਾਰਾ ਕੁਝ ਦੇਖ ਕੇ ਆਪ ਜੀ ਦੇ ਪਾਸ ਅਪੜਿਆ ਹਾਂ। ਤੇ ਸੰਤੋਖ ਸਿੰਘ ਕਹਿੰਦਾ ਹੈ ਕਿ ਜਿਸ ਵੇਲੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਮਾਤਾ ਗੁਜਰੀ ਜੀ ਨੇ ਸੁਣੀ ਤੇ ਮਾਤਾ ਗੁਜਰੀ ਜੀ ਨੂੰ ਦੰਦਲ ਪੈ ਗਈ, ਬੇਹੋਸ਼ ਹੋ ਗਏ। ਪੰਕਤੀਆਂ ਹਨ, ਉੱਪਰ ਤਰ ਕੇ ਜੁਟ ਗਏ ਰਦਨਨ, ਭਇਓ ਦਰਦ ਤੇ ਜਰਦ ਸੋ ਬਦਨਨ। ਤੇ ਪੀੜਾ ਦੇ ਨਾਲ ਮਾਤਾ ਜੀ ਦਾ ਸਰੀਰ ਜਿਹੜਾ ਸਾਰਾ ਸੀ ਉਹ ਸਾਰਾ ਪੀਲਾ ਪੈ ਗਿਆ, ਦੰਦ ਜੁੜ ਗਏ, ਭਾਵ ਮਾਤਾ ਜੀ ਨੂੰ ਦੰਦਲ ਪੈ ਗਏ, ਬੇਹੋਸ਼ ਹੋ ਗਏ। ਉਹ ਕਹਿੰਦੇ ਬੜੀ ਮੁਸ਼ਕਲ ਦੇ ਨਾਲ ਟੋਡਰਮਲ ਨੇ ਮਾਤਾ ਜੀ ਨੂੰ ਹੋਸ਼ ਦੇ ਵਿੱਚ ਲਿਆਂਦਾ ਤੇ ਜਿਸ ਵੇਲੇ ਮਾਤਾ ਜੀ ਹੋਸ਼ ਵਿੱਚ ਆਏ ਉਹਨਾਂ ਨੂੰ ਫਿਰ ਸਾਹਿਬਜ਼ਾਦਿਆਂ ਦਾ ਚੇਤਾ ਸਤਾਉਣ ਲੱਗ ਪਿਆ ਤੇ ਦੁਖੀ ਹੋਇਆਂ, ਰੋਂਦਿਆਂ ਹੋਇਆਂ, ਵਿਰਲਾਪ ਕਰਦਿਆਂ ਹੋਇਆਂ ਕਿ ਮੇਰੇ ਪੋਤਰੇ ਜਿਹੜੇ ਹਨ ਉਹ ਮੈਨੂੰ ਇਸ ਵੇਲੇ ਦਿਖਾਈ ਨਹੀਂ ਦੇ ਰਹੇ। ਤੇ ਮਾਤਾ ਜੀ ਨੇ ਕੀ ਕੀਤਾ? ਸੰਤੋਖ ਸਿੰਘ ਕਹਿੰਦਾ ਹੈ ਕਿ ਆਪਣਾ ਸਿਰ ਜਿਹੜਾ ਹੈ ਉਹ ਜੋਰ ਦੀ ਬੁਰਜ ਦੇ ਵਿੱਚ ਮਾਰਨਾ ਸ਼ੁਰੂ ਕੀਤਾ। ਸੋ ਬੁਰਜ ਦੇ ਵਿੱਚ ਆਪਣਾ ਸਿਰ ਮਾਰ ਕੇ ਮਾਤਾ ਜੀ ਨੇ ਆਪਣਾ ਸਿਰ ਜਿਹੜਾ ਸੀ ਉਹ ਫੋੜ ਲਿਆ। ਮਾਤਾ ਜੀ ਦੇ ਸਿਰ ਦੇ ਵਿੱਚੋਂ ਲਹੂ ਵਗਣਾ ਸ਼ੁਰੂ ਹੋ ਗਿਆ। ਪੰਕਤੀਆਂ ਹਨ ਕਿ ਜੇ ਤੂੰ ਹੈ ਗੁਰਸਿੱਖ ਅਸ਼ੇਰਾ, ਕਰ ਉਪਚਾਰ ਮਰਨ ਕੋ ਬੇਰਾ। ਮਾਤਾ ਜੀ ਟੋਡਰਮਲ ਨੂੰ ਆਖਦੇ ਆ ਕਿ ਜੇ ਤੂੰ ਵਾਕਿਆ ਹੀ ਗੁਰੂ ਦਾ ਸਿੱਖ ਹੈ ਤੇ ਮੇਰੇ ਮਰਨ ਦਾ ਕੋਈ ਉਪਚਾਰ ਕਰ, ਮੇਰੇ ਮਰਨ ਦਾ ਕੋਈ ਪ੍ਰਬੰਧ ਕਰ, ਮੈਂ ਇਸ ਵੇਲੇ ਮਰਨਾ ਚਾਹੁੰਦੀ ਹਾਂ। ਤੇ ਸੰਤੋਖ ਸਿੰਘ ਕਹਿੰਦਾ ਹੈ ਕਿ ਟੋਡਰਮਲ ਨੇ ਦੇਖਿਆ ਕਿ ਮੇਰੀ ਛਾਪ ਦੇ ਵਿੱਚ ਇੱਕ ਹੀਰੇ ਦੀ ਕਣੀ ਹੈ
ਜੇ ਮੈਂ ਇਹ ਹੀਰੇ ਦੀ ਕਣੀ ਮਾਤਾ ਜੀ ਨੂੰ ਦੇ ਦਿਆਂ, ਇਹ ਬਹੁਤ ਵੱਡੀ ਅਵੱਗਿਆ ਹੋਏਗੀ ਕਿ ਆਪਣੇ ਹੱਥੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਮਾਤਾ ਜੀ ਨੂੰ ਜ਼ਹਿਰ ਦੇ ਕੇ ਮਾਰਨਾ। ਇਹ ਬਹੁਤ ਵੱਡੀ ਅਵੱਗਿਆ ਹੋਵੇਗੀ। ਪਰ ਜੇਕਰ ਮੈਂ ਇਹ ਕਣੀ ਮਾਤਾ ਜੀ ਨੂੰ ਨਹੀਂ ਦਿੰਦਾ ਤੇ ਮਾਤਾ ਜੀ ਬਹੁਤ ਜ਼ਿਆਦਾ ਕਸ਼ਟ ਭੋਗਣਗੇ। ਜਿਸ ਤਰੀਕੇ ਦੇ ਨਾਲ ਉਹ ਬੁਰਜ ਦੇ ਵਿੱਚ ਆਪਣਾ ਸਿਰ ਮਾਰਦੇ ਪਏ ਹਨ, ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮਰਨ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਹੋਵੇਗੀ। ਮਾਤਾ ਜੀ ਨੇ ਮਰਨ ਦਾ, ਆਤਮ ਹੱਤਿਆ ਕਰਨ ਦਾ ਫੈਸਲਾ ਕਰ ਲਿਆ ਹੈ। ਹੀਰੇ ਦੀ ਕਣੀ ਜੇਕਰ ਮੈਂ ਮਾਤਾ ਜੀ ਨੂੰ ਦੇ ਦਿੰਦਾ ਹਾਂ, ਮਾਤਾ ਜੀ ਦੀ ਮੌਤ ਆਸਾਨ ਹੋ ਜਾਏਗੀ, ਪਰ ਇਹ ਇੱਕ ਬਹੁਤ ਵੱਡੀ ਬੇਅਦਬੀ ਹੋਵੇਗੀ। ਪਰ ਜੇਕਰ ਮੈਂ ਇਹ ਹੀਰੇ ਦੀ ਕਣੀ ਮਾਤਾ ਜੀ ਨੂੰ ਨਹੀਂ ਦਿੰਦਾ ਤੇ ਮਾਤਾ ਜੀ ਬਹੁਤ ਕਸ਼ਟ ਭੋਗ ਕੇ ਜਿਹੜਾ ਹੈ ਉਹ ਆਪਣਾ ਸਰੀਰ ਤਿਆਗਣਗੇ। ਪੰਕਤੀਆਂ ਹਨ ਕਿ ਮੋਹੇ ਛਾਪ ਮੈਂ ਹੀਰੇ ਕਣੀ, ਜੇ ਮੈਂ ਦਿਉ ਅਵੱਗਿਆ ਕਣੀ, ਜੇ ਨਹਿ ਦਿਉ ਮਹਾਂ ਦੁਖ ਸਹਿ ਹੈ, ਚਰੰਕਾਲ ਤੇ ਮ੍ਰਿਤ ਕੋ ਪਹਿ। ਫਿਰ ਇਹ ਤੜਫ ਤੜਫ ਕੇ ਮਰਨਗੇ ਜੇਕਰ ਮੈਂ ਇਹਨਾਂ ਨੂੰ ਇਹ ਹੀਰੇ ਦੀ ਕਣੀ ਨਹੀਂ ਦਿੰਦਾ। ਤੋ ਕਹਿਓ ਮਾਤ ਤੋਹਿ ਦੋਸ਼ ਨ ਕੋਈ, ਦੇਹੋ ਹੀਰਾ ਜਿਸ ਤੇ ਮ੍ਰਿਤ ਹੋਈ। ਮਾਤਾ ਜੀ ਟੋਡਰਮਲ ਨੂੰ ਆਖਦੇ ਨੇ ਕਿ ਤੂੰ ਮੈਨੂੰ ਇਹ ਹੀਰੇ ਦੀ ਕਣੀ ਦੇ ਦੇ, ਤੇਰੇ ਉੱਤੇ ਕਿਸੇ ਕਿਸਮ ਦਾ ਕੋਈ ਦੋਸ਼, ਤੇਰੇ ਉੱਤੇ ਕਿਸੇ ਕਿਸਮ ਦਾ ਕੋਈ ਪਾਪ ਜਿਹੜਾ ਹੈ ਉਹ ਤੈਨੂੰ ਨਹੀਂ ਲੱਗੇਗਾ। ਤੋ ਤਬ ਟੋਡਰਮਲ ਹਿਰਦੇ ਵਿਚਾਰਾ, ਹੀਰਾ ਤਤ छिन छाप निकारा, दे माता को बदन पवायो, महा दुखत तेने ले कर खायो। तो टोडरमल ने अपने हीरे दे अपनी छाप दे विचों ओ हीरे दी कड़ी निकाली है ते ओ हीरा जिहड़ा है ओ माता गुजरी जी ने अपने मूँह दे विच पा लिया है। और कुछ समय बाद माता गुजरी जी दे तन दे विचों प्राण जिहड़े हन ओ निकल गए हैं। भाव हीरा चट के माता गुजरी जी ने आत्म हत्या की। याद रखियो ये गल कवि संतोख सिंह उस माता गुजरी जी के संबंध विच कह रहे हैं जिस माता गुजरी जी ने अपनी परजवानी की उम्र दे विच अपने पति गुरदेव गुरु तेग बहादुर पातशाह महाराज जी का इकल्ला कटिया होया सीस देखिया सी। ते साडियां रवायतां कहंदियां हन इकल्ला कटिया होया सीस देख के भी माता गुजरी जी डोले नहीं सन, बल्कि उदों यह गल आखी सी कि पति जी तुहाडी निभ गई है, मैं अरदास करदी हाँ कि मेरी भी निभ जाए। और गुरु तेग बहादुर पातशाह महाराज जी की शहादत तो बाद गुरु गोबिंद सिंह पातशाह महाराज जी की सांभ संभाल अगवाई करनी, वो सारे का सारा माता गुजरी जी का जितना भी रोल है वो साडे इतिहासकारां ने इतिहास दे विचों बिल्कुल मनफी कर दिता है। और कवि संतोख सिंह जी ने ते इत्थे माता गुजरी जी की शख्सियत नूं एक अत कमजोर मानसिकता वाली करके बयान किया है कि साहिबजादियां दी शहादत तो बाद माता गुजरी जी इस सदमे नूं बर्दाश्त नहीं कर सके और माता गुजरी जी ने उस वेले हीरे दी कणी चट के आत्म हत्या करके अपने प्राण जिहड़े हन वो गवाए सन। वैसे जे संतोख सिंह दे लिखे हुए इस इतिहासक ग्रंथ नूं असीं देखीए ते माता गुजरी जी का निरादर ते कवि संतोख सिंह जी ने इस ग्रंथ दे अंदर थां थां दे उत्ते कीता है। किधरे गुरु गोबिंद सिंह पातशाह महाराज जी दे कोलों माता गुजरी जी दे संबंध विच गुजरी नूं उजड़ी करके भी अखवाया है। बल्कि जे तुसी होर भी देखो, तुसी स्क्रीन दे उपर वो पंक्तियां मैं तुहानूं दिखा दिंदा हां कि जिहड़ा गुरु गोबिंद सिंह पातशाह महाराज जी ने आनंदपुर दा किला छड्डिया सी। असीं आखदे हां कि आनंदपुर दा किला छड्डण वेले सिखां ने बेदावा लिख के गुरु गोबिंद सिंह जी नूं दे दिता। कुछ इतिहासकारां ने इहो जिहियां गलत धारनावां जिहड़ियां हन वो इतिहास दे नाल जोड़ दित्तियां हन कि सिख जिहड़े सन भुख तो तंग होकर गुरु गोबिंद सिंह पातशाह महाराज जी नूं यह कहण लग पए कि असीं तुहाडे सिख नहीं, तुसीं साडे गुरु नहीं, असीं तुहानूं लिख के दे दिंदे हां, पर असीं आनंदपुर विखे होर ज़्यादा समा नहीं ठहर सकते।
ਪਰ ਜਦੋਂ ਸੰਤੋਖ ਸਿੰਘ ਜੀ ਦੀ ਲਿਖਤ ਨੂੰ ਤੁਸੀਂ ਪੜ੍ਹਦੇ ਹੋ ਤੇ ਸੰਤੋਖ ਸਿੰਘ ਜੀ ਨੇ ਇਹ ਸਾਰੇ ਦਾ ਸਾਰਾ ਭਾਂਡਾ ਵੀ ਮਾਤਾ ਗੁਜਰੀ ਜੀ ਦੇ ਸਿਰ ਦੇ ਉੱਤੇ ਲਿਜਾ ਕੇ ਪੰਨਿਆ ਹੈ। ਤੁਸੀਂ ਦੇਖ ਸਕਦੇ ਹੋ 30ਵਾਂ ਅਧਿਆਇ, ਜਿਸ ਦਾ ਸਿਰਲੇਖ ਹੈ ਬਿਦਾਵਾ ਲਿਖਾਇਆ, ਨਿਕਲਣ ਦੀ ਤਿਆਰੀ। ਇਸ ਅਧਿਆਇ ਦੇ ਵਿੱਚ ਕੁਝ ਮਸੰਦ ਜਿਹੜੇ ਹਨ ਉਹ ਮਾਤਾ ਗੁਜਰੀ ਜੀ ਦੇ ਕੋਲ ਸਿਫਾਰਿਸ਼ ਲੈ ਕੇ ਜਾਂਦੇ ਹਨ ਕਿ ਆਨੰਦਪੁਰ ਦਾ ਕਿਲ੍ਹਾ ਜਿਹੜਾ ਹੈ ਉਹ ਛੱਡ ਦਿੱਤਾ ਜਾਏ। ਸੰਤੋਖ ਸਿੰਘ ਕਹਿੰਦਾ ਹੈ ਕਿ ਮਾਤਾ ਗੁਜਰੀ ਜੀ ਜਿਹੜੇ ਹਨ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਾ ਕੇ ਕਿਲ੍ਹਾ ਛੱਡਣ ਵਾਸਤੇ ਕਹਿੰਦੇ ਹਨ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਹੜੇ ਹਨ ਉਹ ਕਿਲ੍ਹਾ ਛੱਡਣ ਵਾਸਤੇ ਤਿਆਰ ਨਹੀਂ ਹਨ। ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਤਾ ਗੁਜਰੀ ਜੀ ਦੀ ਗੱਲ ਨਹੀਂ ਮੰਨਦੇ ਤੇ ਸੰਤੋਖ ਸਿੰਘ ਨੇ ਉਹ ਪੰਕਤੀਆਂ ਲਿਖੀਆਂ ਹਨ। ਜਦੋਂ 22ਵੇਂ ਅੰਕ ਤੇ ਤੁਸੀਂ ਪੜ੍ਹਦੇ ਹੋ, ਉੱਥੇ ਲਿਖਿਆ ਹੈ ਕਿ ਭਈ ਕੋਪ ਮਨ ਮਾਤ ਬਡੇਰੀ। ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਵਾਬ ਸੁਣ ਕੇ ਬਹੁਤ ਜ਼ਿਆਦਾ ਕ੍ਰੋਧ ਦੇ ਨਾਲ ਭਰ ਗਏ, ਬਹੁਤ ਜ਼ਿਆਦਾ ਗੁੱਸੇ ਦੇ ਨਾਲ ਭਰ ਗਏ ਤੇ ਲਿਖਿਓ ਬਿਦਾਵਾ ਜਨਨ ਨ ਤੇਰੀ। ਸਭ ਤੋਂ ਪਹਿਲਾ ਬਿਦਾਵਾ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਤੋਖ ਸਿੰਘ ਮੁਤਾਬਕ ਮਾਤਾ ਗੁਜਰੀ ਜੀ ਨੇ ਲਿਖ ਕੇ ਦਿੱਤਾ। ਮਾਤਾ ਗੁਜਰੀ ਜੀ ਨੇ ਲਿਖ ਕੇ ਦਿੱਤਾ ਕਿ ਜਨਨ ਨ ਤੇਰੀ, ਮੈਂ ਤੇਰੀ ਮਾਂ ਨਹੀਂ। ਜੇਕਰ ਤੂੰ ਮੇਰੀ ਆਖੀ ਹੋਈ ਗੱਲ ਨਹੀਂ ਮੰਨਦਾ, ਜੇਕਰ ਤੂੰ ਮੇਰੇ ਆਖੇ ਲੱਗ ਕੇ ਆਨੰਦਪੁਰ ਦਾ ਕਿਲ੍ਹਾ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ ਤੇ ਮੈਂ ਆਖਦੀ ਹਾਂ ਕਿ ਤੂੰ ਮੇਰਾ ਪੁੱਤਰ ਨਹੀਂ, ਮੈਂ ਤੇਰੀ ਮਾਤਾ ਨਹੀਂ ਹਾਂ। ਉੱਠ ਕਰ ਆਈ ਕੀਨਸ ਤਿਆਰੀ, ਜੁਗ ਪੋਤਰੇ ਪ੍ਰਿਆ ਕਰੇ ਆਗਾਰੀ। ਇਹ ਗੱਲ ਲਿਖ ਕੇ ਦੇ ਕੇ ਆਏ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਮੈਂ ਤੇਰੀ ਮਾਤਾ ਨਹੀਂ ਹਾਂ। ਭਾਵ ਪਹਿਲਾ ਬਿਦਾਵਾ ਸੰਤੋਖ ਸਿੰਘ ਮੁਤਾਬਕ ਮਾਤਾ ਗੁਜਰੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖ ਕੇ ਦਿੱਤਾ ਤੇ ਆਪਣੇ ਪੋਤਰਿਆਂ ਨੂੰ ਨਾਲ ਲੈ ਕੇ ਮਾਤਾ ਗੁਜਰੀ ਜੀ ਚੱਲ ਪਏ ਤੇ ਦੇਖ ਮਾਤ ਕੀ ਗਤ ਤ੍ਰਿਤ ਹਾਲੇ, ਲਿਖਣ ਬਿਦਾਵਾ ਸਿੰਘ ਦੁਖਾਲੇ। ਇਸ ਤੋਂ ਬਾਅਦ ਹੀ ਦੁਖੀ ਹੋ ਕੇ ਸਿੰਘਾਂ ਨੇ, ਸੰਤੋਖ ਸਿੰਘ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬਿਦਾਵਾ ਲਿਖ ਕੇ ਦਿੱਤਾ। ਜਾਨੀ ਕਿ ਆਨੰਦਪੁਰ ਕਿਲੇ ਨੂੰ ਛੱਡਣ ਦਾ ਉਹ ਸਾਰੇ ਦਾ ਸਾਰਾ ਭਾਂਡਾ ਜਿਹੜਾ ਹੈ ਉਹ ਮਾਤਾ ਗੁਜਰੀ ਜੀ ਦੇ ਸਿਰ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਨੇ ਲਿਆ ਕੇ ਪੰਨਿਆ ਹੈ। ਉਹ ਦੋਸ਼ ਸਾਰੇ ਦਾ ਸਾਰਾ ਮਾਤਾ ਗੁਜਰੀ ਜੀ ਦੇ ਸਿਰ ਦੇ ਉੱਤੇ ਲਿਆ ਕੇ ਲਗਾਇਆ ਹੈ। ਸੋ ਇਹ ਸ਼ਹੀਦੀ ਹਫ਼ਤਾ, ਜਿਸ ਹਫ਼ਤੇ ਦੇ ਅੰਦਰ ਅਸੀਂ ਸਾਹਿਬਜ਼ਾਦਿਆਂ ਨੂੰ ਯਾਦ ਕਰਨਾ ਹੈ, ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਨਾ ਹੈ। ਮੈਂ ਤੇ ਹੈਰਾਨ ਹੁੰਦਾ ਹਾਂ ਕਿ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ, ਜਿਸ ਧਰਤੀ ਦੇ ਉੱਤੇ ਇਹ ਦਿਨ ਉਚੇਚੇ ਤੌਰ ਦੇ ਉੱਤੇ ਮਨਾਏ ਜਾਂਦੇ ਹਨ, ਜਿਨ੍ਹਾਂ ਦੇ ਵਿੱਚ ਸਾਹਿਬਜ਼ਾਦਿਆਂ ਦਾ ਜਸ ਗਾਇਆ ਜਾਂਦਾ ਹੈ, ਪਰ ਉਸ ਫਤਿਹਗੜ੍ਹ ਸਾਹਿਬ ਜੀ ਦੇ ਧਾਰਮਿਕ ਅਸਥਾਨ ਦੇ ਉੱਤੇ ਵੀ ਰੋਜ਼ਾਨਾ ਨਿਤਾ ਪ੍ਰਤੀ ਨਿਤਨੇਮ ਦੇ ਮੁਤਾਬਕ ਜਿਹੜੀ ਇਤਿਹਾਸ ਦੀ ਕਥਾ ਹੁੰਦੀ ਹੈ ਉਹ ਇਸੇ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਦੀ ਹੀ ਹੁੰਦੀ ਹੈ। ਜਿਹੜਾ ਗ੍ਰੰਥ ਨਾ ਤੇ ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਣਾ ਮੰਨਦਾ ਹੈ ਔਰ ਨਾ ਹੀ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣੇ ਜਾਣ ਦੀ ਗਵਾਹੀ ਭਰਦਾ ਹੈ ਔਰ ਨਾ ਹੀ ਮਾਤਾ ਗੁਜਰੀ ਜੀ ਦਾ ਸ਼ਹੀਦ ਹੋਣਾ ਮੰਨਦਾ ਹੈ, ਬਲਕਿ ਮਾਤਾ ਗੁਜਰੀ ਜੀ ਦੇ ਸੰਬੰਧ ਦੇ ਵਿੱਚ ਆਖਦਾ ਹੈ ਕਿ ਉਹਨਾਂ ਨੇ ਹੀਰਾ ਚੱਟ ਕੇ, ਹੀਰੇ ਦੀ ਕਣੀ ਚੱਟ ਕੇ ਉਹਨਾਂ ਨੇ ਆਤਮ ਹੱਤਿਆ ਕੀਤੀ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਵਿਛੋੜੇ ਦਾ ਦੁੱਖ ਜਿਹੜਾ ਸੀ ਉਹਨਾਂ ਦੇ ਕੋਲੋਂ ਬਰਦਾਸ਼ਤ ਨਹੀਂ ਕਰ ਹੋਇਆ। ਬਦਕਿਸਮਤੀ ਹੈ ਸਾਡੀ ਕਿ ਸਾਡੀ ਸ਼੍ਰੋਮਣੀ ਕਮੇਟੀ ਦਾ ਅਰਬਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਵੀ ਅੱਜ ਸਾਨੂੰ ਫਿਰ ਵੀ ਆਪਣੇ ਗੁਰਦੁਆਰਿਆਂ ਦੇ ਵਿੱਚ ਸੰਸਾਰ ਦੇ ਲੋਕਾਂ ਨੂੰ ਇਤਿਹਾਸ ਦੱਸਣ ਵਾਸਤੇ ਉਹਨਾਂ ਗ੍ਰੰਥਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਿਨ੍ਹਾਂ ਗ੍ਰੰਥਾਂ ਦੇ ਅੰਦਰ ਪੈਰ ਪੈਰ ਦੇ ਉੱਤੇ ਗਲਤ ਬਿਆਨੀਆਂ ਕੀਤੀਆਂ ਗਈਆਂ ਹਨ। ਇਤਿਹਾਸ ਦੀ ਹਰੇਕ ਘਟਨਾ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ,
ਹਰੇਕ ਘਟਨਾ ਨੂੰ ਬ੍ਰਹਮਣੀ ਰੰਗਤ ਦੇ ਵਿੱਚ ਰੰਗ ਕੇ ਜਿਹੜਾ ਹੈ ਉਹ ਸੰਸਾਰ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਅਸੀਂ ਅਜੇ ਤੱਕ ਉਹਨਾਂ ਗ੍ਰੰਥਾਂ ਦੀ ਮੁਤਾਜੀ ਜਿਹੜੀ ਹੈ ਉਹ ਖਤਮ ਨਹੀਂ ਕਰ ਸਕੇ। ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਸਹੀ ਤਰੀਕੇ ਦੇ ਨਾਲ ਆਪਣਾ ਇਤਿਹਾਸ ਲਿਖ ਕੇ, ਭਾਵੇਂ ਉਹ ਛੋਟੇ ਆਕਾਰ ਦੇ ਵਿੱਚ ਕਿਉਂ ਨਾ ਹੋਵੇ, ਉਹ ਅਸੀਂ ਸੰਸਾਰ ਦੇ ਸਾਹਮਣੇ ਅਜੇ ਤੱਕ ਪੇਸ਼ ਨਹੀਂ ਕਰ ਸਕੇ। ਲਿਖੀਆਂ ਨੇ ਇਤਿਹਾਸ ਦੇ ਨਾਮ ਦੇ ਉੱਤੇ ਬੜੀਆਂ ਕਿਤਾਬਾਂ, ਪਰ ਉਹਨਾਂ ਦੀ ਕਦਰ ਉਦੋਂ ਜਾਣੀ ਜਾਏਗੀ ਜਦੋਂ ਇਹ ਜਿਹੜੇ ਪ੍ਰਚਲਿਤ ਗ੍ਰੰਥ ਹਨ, ਜਿਨ੍ਹਾਂ ਦੇ ਵਿੱਚ ਗਲਤ ਬਿਆਨੀਆਂ ਕੀਤੀਆਂ ਹੋਈਆਂ ਹਨ, ਜਿੰਨੀ ਦੇਰ ਤੱਕ ਉਹਨਾਂ ਗ੍ਰੰਥਾਂ ਨੂੰ ਅਸੀਂ ਰੱਦ ਕਰਨ ਦਾ ਹੌਸਲਾ ਨਹੀਂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।